ਅਮਨਦੀਪ ਜੀ, ਇਹ ਪੰਜਾਬ ਦਾ, ਹਰਿਆਣਾ ਦਾ, ਹਿਮਾਚਲ ਦਾ ਆਪੋ ਆਪਣਾ ਦਾਵਾ ਜ਼ਰੂਰ ਨਜ਼ਰ ਆ ਰਿਹਾ ਹੈ। ਇਹ ਪੁਨਰਗਠਨ ਐਕਟ ਵਾਕਈ ਕਿਸ ਤਰੀਕੇ ਇਸ ਨਜ਼ਰ ਨਾਲ ਦੇਖਿਆ ਜਾ ਸਕਦਾ ਹੈ ਕਿ ਹਿਮਾਚਲ ਦਾ ਵੀ ਕੋਈ ਹਿੱਸਾ ਹੈ? ਇੱਕ ਬਹੁਤ ਇੰਟਰਸਟਿੰਗ ਗੱਲ ਇਹ ਹੈ ਕਿ ਹਿਮਾਚਲ ਦੀ ਕੋਈ ਬਾਰਡਰ ਕੋਈ ਨਹੀਂ ਲੱਗਦਾ, ਜਿਵੇਂ ਚੰਡੀਗੜ੍ਹ ਨੂੰ ਪੰਚਕੂਲਾ ਲੱਗਦਾ ਇੱਕ ਪਾਸੇ, ਦੂਜੇ ਪਾਸੇ ਨਿਊ ਚੰਡੀਗੜ੍ਹ ਮੋਹਾਲੀ ਲੱਗਦਾ ਹੈ, ਤਾਂ ਹਿਮਾਚਲ ਦੂਰ ਹੈ ਉੱਥੋਂ, ਤਾਂ ਫਿਰ ਵੀ ਉਹ ਦਾਵਾ ਕਰ ਰਹੇ ਨੇ ਕਿ ਸਾਡਾ 7.19% ਹਿੱਸਾ ਬਣਦਾ। ਸਰ, ਆਹ ਮੁੱਦਾ ਜਿਹੜਾ ਹੈ ਨਾ, ਇਹਨੂੰ ਸਮਝਣ ਵਾਸਤੇ ਸਾਨੂੰ ਇਹਦੀ ਹਿਸਟਰੀ ਦੇਖਣੀ ਪਏਗੀ। ਜਿਹੜੀ ਹਿਮਾਚਲ ਪ੍ਰਦੇਸ਼ ਹੈ ਉਹ 1956 ਚ ਇੱਕ ਯੂਨੀਅਨ ਟੈਰੀਟਰੀ ਬਣ ਗਈ ਸੀਗੀ। ਜਿਹੜਾ ਉਹਦੀ ਸਟੇਟ ਕਨਸਟੀਟਿਊਸ਼ਨ ਹੋਈ ਹੈ ਉਹ 1971 ਚ ਹੋਈ ਹੈ। ਇਹਨਾਂ ਦੋਨੋਂ ਡੇਟਸ ਦੇ ਵਿੱਚ 1966 ਚ ਪੰਜਾਬ ਦਾ ਕੁਝ ਏਰੀਆ ਕੱਢ ਕੇ ਹਰਿਆਣਾ ਨੂੰ, ਹਿਮਾਚਲ ਨੂੰ ਦਿੱਤਾ ਗਿਆ, ਐਂਡ ਜਿਹੜੇ ਰਿਮੇਨਿੰਗ ਪੰਜਾਬ ਉਹਨੂੰ ਬਾਈਫਰਕੇਟ ਕਰਤਾ ਗਿਆ ਬਿਟਵੀਨ ਹਰਿਆਣਾ ਐਂਡ ਪੰਜਾਬ। ਨਾਓ ਦੀ ਏਰੀਆ ਜਿਹੜਾ ਹਿਮਾਚਲ ਪ੍ਰਦੇਸ਼ ਕੋਲ ਗਿਆ ਉਹਦੀ ਪੋਪੂਲੇਸ਼ਨ ਤਕਰੀਬਨ 7.19% ਸੀਗੀ ਨਾ। ਉਹ ਪੋਪੂਲੇਸ਼ਨ ਨੂੰ ਬੇਸ ਬਣਾਉਂਦੇ ਹੋਏ ਜਿਹੜੇ ਨੈਚੁਰਲ ਰਿਸੋਰਸਿਸ ਸੀਗੇ ਵਿਚ ਅਰਾਈਜ਼ਡ ਆਊਟ ਆਫ ਦੀ ਭਾਖੜਾ ਨੰਗਲ ਡੈਮ ਐਂਡ ਦੀ ਬਿਆਸ ਡੈਮ, ਉਹ ਰਿਸੋਰਸਿਸ ਨੂੰ ਸੁਪਰੀਮ ਕੋਰਟ ਨੇ ਇੰਟਰਪ੍ਰੇਟ ਕੀਤਾ ਇਨ ਲਾਈਟ ਆਫ ਸੈਕਸ਼ਨ 78 ਐਂਡ 79 ਆਫ ਦੀ ਪੰਜਾਬ ਰੀਆਰਗੇਨਾਈਜੇਸ਼ਨ ਐਕਟ, ਜਿਹੜਾ ਕਹਿੰਦਾ ਹੈ ਕਿ ਜਿਹੜੇ ਬੈਨੀਫਿਟ ਭਾਖੜਾ ਬਿਆਸ ਬੋਰਡ ਚੋਂ ਆ ਰਹੇ ਨੇ ਉਹ ਪੋਪੂਲੇਸ਼ਨ ਡਿਵੀਜ਼ਨ ਦੇ ਰੇਸ਼ੋ 'ਚ ਵੱਟੇ ਜਾਣਗੇ। ਉੱਥੇ ਵੀ ਜਦੋਂ ਉਹ ਜਜਮੈਂਟ ਦਿੱਤੀ ਜਾ ਰਹੀ ਸੀਗੀ, ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਚੰਡੀਗੜ੍ਹ ਜਿਹੜਾ ਹੈ ਉਹ ਪੰਜਾਬ ਤੇ ਹਰਿਆਣਾ ਦੀ ਕੈਪੀਟਲ ਹੈ, ਤੇ ਜਿਹੜਾ ਉਹਦਾ ਬਿਜਲੀ ਦਾ ਖਰਚਾ ਹੈ, ਜਿਹੜਾ ਬਿਜਲੀ ਦਾ ਪਾਰਟ ਹੈ, ਪ੍ਰੋਪੋਰਸ਼ਨ ਹੈ, ਪੰਜਾਬ ਤੇ ਹਰਿਆਣਾ ਦੇ ਹਿੱਸੇ ਵਿੱਚੋਂ ਕੱਟਿਆ ਜਾਏ, ਹਿਮਾਚਲ ਦੇ ਹਿੱਸੇ ਚੋਂ ਨਾ ਕੱਟਿਆ ਜਾਏ। ਜਿਹੜਾ ਬਾਕੀ ਦਾ 1966 ਦਾ ਐਕਟ ਹੈ ਉਹ ਹਿਮਾਚਲ ਪ੍ਰਦੇਸ਼ ਨੂੰ ਕੋਈ ਚੰਡੀਗੜ੍ਹ ਤੇ ਪਰ ਸੇ ਰਾਈਟ ਨਹੀਂ ਦੇ ਰਿਹਾ, ਤੇ ਉਹਦਾ ਇੱਕ ਰੀਜ਼ਨ ਹੈ। ਚੰਡੀਗੜ੍ਹ ਜਿਹੜੀ ਹੈ ਉਹ ਪੰਜਾਬ ਤੇ ਹਰਿਆਣਾ ਦੀ ਕੈਪੀਟਲ ਹੈ। ਹਿਮਾਚਲ ਪ੍ਰਦੇਸ਼ ਨੂੰ ਇੱਕ ਸੈਪਰੇਟ ਕੈਪੀਟਲ ਇਨ ਦੀ ਫਾਰਮ ਆਫ ਸ਼ਿਮਲਾ ਦਿੱਤਾ ਗਿਆ। ਨਾਓ ਜਿਹੜਾ ਇਹ ਆਰਗੂਮੈਂਟ ਲੈ ਰਹੇ ਨੇ ਦੈਟ ਡੈਪੂਟੇਸ਼ਨ ਤੇ ਹਿਮਾਚਲ ਤੋਂ ਚੰਡੀਗੜ੍ਹ ਲੋਕ ਆਉਂਦੇ ਰਹੇ ਨੇ, ਜਿਹੜੀ ਸਰਵਿਸਿਜ਼ ਹੈ ਚੰਡੀਗੜ੍ਹ 'ਚ ਵੇਰੀਅਸ ਸਰਵਿਸਿਜ਼ ਉਹ ਆਉਂਦੀ ਹੈ ਸੈਂਟਰਲ ਗਵਰਨਮੈਂਟ ਦੇ ਅੰਡਰ। ਉਹ ਸੈਂਟਰਲ ਗਵਰਨਮੈਂਟ ਦਾ ਪ੍ਰੈਰੋਗੇਟਿਵ ਹੈ, ਉਹ ਕਿੱਥੋਂ ਵੀ ਲੈ ਸਕਦੀ ਹੈ ਡੈਪੂਟੇਸ਼ਨ ਤੇ ਬੰਦੇ। देयर इज नो बार इन टेकिंग डेप्यूटेशन फ्रॉम हिमाचल प्रदेश, पर वो हिमाचल प्रदेश ਨੂੰ ਇੱਕ ਰਾਈਟ ਨਹੀਂ ਦੇਗਾ ਚੰਡੀਗੜ੍ਹ ਨੂੰ ਆਪਣੀ ਕੈਪੀਟਲ ਕਹਿਣ ਦਾ, ਸਪੈਸ਼ਲੀ ਜਦੋਂ ਉਹਦੇ ਕੋਲ ਆਪਣਾ ਇੱਕ ਸੈਪਰੇਟ ਕੈਪੀਟਲ ਹੈਗਾ। ਇੱਕ ਸੈਕਿੰਡ ਜੀ ਅਮਨ ਜੀ ਥੋੜਾ ਐਡ ਕਰ ਦਿਓ। ਤੁਸੀਂ ਕਹਿ ਰਹੇ ਹੋ ਕਿ ਕਿਸੇ ਵੀ ਸਟੇਟ ਤੋਂ, ਮਤਲਬ ਪੰਜਾਬ, ਹਰਿਆਣਾ, ਹਿਮਾਚਲ ਤੋਂ ਬਾਹਰ ਦੀ ਸਟੇਟ ਵੀ ਕੋਈ ਹੋ ਸਕਦੀ ਹੈ, ਹੋਰ ਕੋਈ ਸਟੇਟ ਵੀ ਦੇਸ਼ ਦੀ ਜਿੱਥੋਂ ਡੈਪੂਟੇਸ਼ਨ ਤੇ ਲਿਆਂਦੇ ਜਾ ਸਕਣ ਮੁਲਾਜ਼ਮ? ਦੇਖੋ 1966 ਐਕਟ ਹੈ ਉਹ ਪਾਰਲੀਮੈਂਟ ਦਾ ਐਕਟ ਹੈ, ਪਾਰਲੀਮੈਂਟ ਕੋਲ ਪੂਰੀ ਪਾਵਰ ਹੈ। ਜਿਹੜੀ ਸਰਵਿਸਿਜ਼ ਨੇ, ਸਰਵਿਸਿਜ਼ ਨੂੰ ਤੁਸੀਂ ਸਰਵਿਸਿਜ਼ ਅੰਡਰ ਦ ਸਟੇਟ, ਜਿਹੜੇ ਸਟੇਟ ਦੇ ਕਰਮਚਾਰੀ ਨੇ ਉਹਨਾਂ ਨੂੰ ਤੁਸੀਂ ਟੈਰੀਟਰੀ ਨਾਲ ਨਹੀਂ ਇਕੁਏਟ ਕਰ ਸਕਦੇ, ਮੈਂ ਇਹ ਕਹਿ ਰਿਹਾ। ਠੀਕ ਹੈ, ਤੇ ਠੀਕ ਹੈ, ਤੁਹਾਡਾ ਪੁਆਇੰਟ ਆ ਗਿਆ ਸਰ। ਤੁਸੀਂ ਇੱਕ ਬਹੁਤ ਕਲੀਅਰ ਗੱਲ ਕਹੀ ਹੈ ਕਿ 7.19% ਵਾਲਾ ਜਿਹੜਾ ਚੰਡੀਗੜ੍ਹ ਦੇ ਉੱਤੇ ਇੰਪਲੀਮੈਂਟ ਨਹੀਂ ਹੁੰਦਾ, ਜਿਹੜਾ ਹੋਰ ਪਾਸੇ ਹੁੰਦਾ। ਮੈਂ ਤੁਹਾਡੇ ਕੋਲ ਵਾਪਸ ਆਵਾਂਗਾ ਇੱਕ ਵਾਰ। ਮੈਂ ਹਿਮਾਚਲ ਕਾਂਗਰਸ ਤੋਂ ਪ੍ਰੇਮ ਕਰ ਲਓ, ਤੁਸੀਂ ਕੰਪਲੀਟ ਕਰ ਲਓ। ਅਮਨ ਜੀ ਤੁਹਾਡੀ ਆਵਾਜ਼ ਆ ਰਹੀ ਹੈ, ਜੇਕਰ ਤੁਸੀਂ ਹੋਰ ਕੁਝ ਐਡ ਕਰਨਾ ਉਸ ਦੇ ਵਿੱਚ। ਹਾਂ, ਮੈਂ ਕਹਿ ਰਿਹਾ ਕਿ ਸੈਕਸ਼ਨ 79 ਹੈ ਜਿਹੜਾ 1966 ਐਕਟ ਦਾ, ਉਹ ਇੱਕ ਸੈਪਰੇਟ ਸੈਕਸ਼ਨ ਇਨਕੋਰਪੋਰੇਟ ਕੀਤਾ ਗਿਆ ਸੀ ਇਸ ਗੱਲ ਨੂੰ ਕਲੈਰੀਫਾਈ ਕਰਨ ਵਾਸਤੇ ਕਿ 7.19% ਪੋਪੂਲੇਸ਼ਨ ਜਦੋਂ ਜਾ ਰਹੀ ਹੈ ਇੱਕ ਸਟੇਟ ਕੋਲ, ਉਹਦੇ ਕੋਲ ਉਨੀ ਨੈਚੁਰਲ ਰਿਸੋਰਸ ਵੀ ਜਾਣੀ ਚਾਹੀਦੀ ਹੈ। ਇਲੈਕਟ੍ਰਿਸਿਟੀ ਇੱਕ ਰਿਸੋਰਸ ਹੈ, ਉਹ ਰਿਸੋਰਸ ਉਸ ਸਟੇਟ ਨੂੰ ਨਹੀਂ ਮਿਲੇਗੀ ਤੇ ਉਹਨੂੰ ਪ੍ਰੋਬਲਮ ਹੋਏਗੀ ਆਪਣੇ ਆਪ ਨੂੰ ਆਪਰੇਟ ਕਰਨ 'ਚ। ਉਹ ਦੈਟ ਵਾਸ ਦੀ ਰੈਸ਼ਨਲ ਬਿਹਾਈਂਡ ਆਲ ਆਫ ਦੈਟ ਸੈਟਅਪ। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ ਇਸ ਸਭ ਦੇ ਵਿੱਚ ਵਾਲੇ। ਮੈਂ ਅਮਨ ਜੀ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਬਹੁਤ ਸਾਰੇ ਸਵਾਲ ਨੇ, ਲਾਜ਼ਮੀ ਤੌਰ ਤੇ ਸਮਾਂ ਬੜਾ ਪੂਰਾ ਹੁੰਦਾ ਆਪਣੇ ਕੋਲ। मैं प्रेम कौशल जी का रुख करांगा, पर उस तो पहला प्रेम कौशल जी, एक पंजाब के मुख्यमंत्री का ट्वीट अभी आया है, मैं उसको जरूर पढ़कर सुना देता हूं। इस बीच में अपनी टीम को भी कहूंगा कि अगर प्रताप सिंह बाजवा जो पंजाब में विपक्ष के नेता हैं, उनसे अगर हम बात कर पाए, फोन पर उनको जोड़ पाए। भगवंत मान पंजाब के मुख्यमंत्री ट्वीट कर रहे हैं, प्रेम कौशल जी ये कांग्रेस के लिए है। वो कह रहे हैं कि चंडीगढ़ के मुद्दे पर हिमाचल की कांग्रेस सरकार के दावे के बारे में हिमाचल के इंचार्ज प्रताप सिंह बाजवा, उन्होंने प्रताप सिंह भाजपा लिखा है उनको, प्रताप सिंह भाजपा जी दोनों पार्टियों का जो है पक्ष वो पेश कर दें। आगे एक शब्द लिखा गया है, शर्मदा घाटा। प्रेम कौशल जी, हम कोशिश करेंगे कि प्रताप बाजवा से भी बात हो पाए, लेकिन पॉइंट यह है कि जो आधार आप बनाने की कोशिश कर रहे हैं उसके ऊपर हरियाणा
और पंजाब दोनों के इतराज है कि आप जिस पॉइंट को लेकर आ रहे हैं वो पॉइंट कोई ज्यादा सॉलिड नजर नहीं आ रहा कि आप 7.19% आपको चंडीगढ़ चाहिए। जब हमें बीबीएमबी में 7.19% शेयर मिला सुप्रीम कोर्ट से, उस चीज को भी हरियाणा और पंजाब पहले मंजूर नहीं करते थे, और अभी भी हमारा 4,000 करोड़ रुपया जो है पंजाब से एरियर जो है वो बकाया है लेने को। तो निश्चित तौर पर पंजाब कभी नहीं चाहेगा कि हमें जो हमारे हक हैं और जो क्लैश करते हैं हमारे इंटरेस्ट आपस में, उनमें हमारे हक मिले, वो निश्चित तौर पे नहीं चाहेंगे। और ये फिर आम आदमी पार्टी के प्रवक्ता और माननीय मुख्यमंत्री पंजाब ने जो ट्वीट किया है, देखिए वो तो डिनाई करेंगे ही सर। मेरा एक और सवाल है, आप किस तरह से चंडीगढ़ में हक जता रहे हैं? 7.19% क्या चाहिए? क्योंकि ये यूटी है, क्या यहां पर जो एम्प्लॉयज हैं, जो 60-40 का एक रेशो है, उसमें आपको लगता है कि 7.19% हमारा भी ऐड कर दीजिए? टोटल रिसोर्सेज जो हैं उनके ऊपर हम 7.19% जो है वो क्लेम करने की प्रयास कर रहे हैं। अभी सब कमेटी बनी है, सब कमेटी इस एक्ट के आधार के ऊपर, सब एक्ट के आधार के देखिए जो है, जो पंजाब का तर्क क्या है सर? पंजाब का तर्क है कि जब 1966 में पंजाब के कुछ इलाके दिए गए, वो भी जनसंख्या के हिसाब से बहुत ज्यादा दे दिए गए, ऑलरेडी बहुत ज्यादा दे दिया गया। नहीं, चलिए आम आदमी पार्टी को राजनीति करनी है, क्योंकि इनके हाथ से जाएगा तो निश्चित तौर पर इनको लगता है कि वहां पंजाब में इनको धक्का लगेगा। अगर ये चीज जो हम क्लेम कर रहे हैं, अगर हमारा क्लेम सेटल हो जाता है, हमारे हक में जाता है, तो निश्चित तौर पर उनको लगता है कि इससे हमें राजनीतिक नुकसान होगा। तो उसको ध्यान में रख के ही बाजवा जी को भी बीच में ला रहे हैं। बाजवा जी निश्चित तौर पर, आपको उम्मीद है सर कि हरियाणा का साथ मिल जाएगा? राजनीतिक जिम्मेदारी है, लेकिन वो पंजाब के नेता हैं, निश्चित तौर पर वो जब उनसे आप बात करेंगे, आपको लगता है कि हरियाणा का साथ मिल जाएगा इस मुद्दे के ऊपर? आपको यहाँ किसी का साथ मिलने का प्रश्न नहीं है, यहाँ प्रश्न कानून का है, नियमों का है, अधिकार का है। और हम कोई चंडीगढ़ में कोई जबरदस्ती कब्जा करने नहीं जा रहे हैं। हिमाचल प्रदेश की ऐसी कोई मंशा नहीं है कि चंडीगढ़ में जबरदस्ती हम लोग घुस जाएंगे, चंडीगढ़ के किसी जमीन के टुकड़े के ऊपर हम कब्जा कर लेंगे। ये एक न्याय संगत, कानून संगत और जो नियम है और एक्ट में अगर कोई ऐसा प्रोविजन है, तो उसके आधार के ऊपर कांग्रेस पार्टी की सरकार जो है वो इस दावे को जो है वो कर रही है। आप कैबिनेट सब कमेटी की रिपोर्ट आने दीजिए, सब कमेटी की जो फाइंडिंग्स है कैबिनेट में जाएंगी। उसके बाद जहां तक ये कह रहे सुप्रीम कोर्ट जाए, बिल्कुल सुप्रीम कोर्ट में ही गई थी हिमाचल प्रदेश की गवर्नमेंट, और पंजाब देना नहीं चाहता था। उसके बावजूद सुप्रीम कोर्ट ने 7.19% शेयर है हमको दिया है, और उसी को आधार मानकर आप वही बीबीएमबी वाला रास्ता यहां भी अपनाने की कोशिश करेंगे। चलिए जवाब ले लीजिए एक बार। पासी जी हमारे साथ हैं, आम आदमी पार्टी को रिप्रेजेंट कर रहे हैं। पासी जी मैं ये कह रहा हूँ कि गौरव जी, जब सुप्रीम कोर्ट गई थी, गौरव जी, मैं इनको एक चीज पूछना चाहता हूँ। जो थे प्रेम कौशल जी, मैं चाहूंगा आप मुझे अनइंटरप्टेड बोलने दीजिए, मैं आपके बारे में नहीं बोला। मैं इनको एक चीज क्लियर शब्दों में बताना चाह रहा हूँ हिमाचल प्रदेश को, कि जब से हिमाचल प्रदेश बना है, क्या उसका 1 इंच भी एरिया जो है ਵਿਚਾਲੇ ਰੁਕਦੇ ਥੋੜਾ ਜਿਹਾ ਸਮਾਂ ਦਿਓ ਸਰ। ਸਾਡੇ ਨਾਲ ਪ੍ਰਤਾਪ ਸਿੰਘ ਬਾਜਵਾ ਜੁੜੇ ਨੇ, ਵਿਰੋਧੀ ਧਿਰ ਦੇ ਆਗੂ ਨੇ, ਪੰਜਾਬ ਕਾਂਗਰਸ ਦੇ ਵੱਡੇ ਲੀਡਰ। ਬਾਜਵਾ ਸਾਹਿਬ ਸਵਾਗਤ ਹੈ। ਮੁੱਖ ਮੰਤਰੀ ਦਾ ਟਵੀਟ ਹੋਪਫੁਲੀ ਤੁਸੀਂ ਪੜਿਆ ਹੋਵੇਗਾ। ਦਰਅਸਲ ਉਹ ਕਹਿ ਰਹੇ ਨੇ ਕਿ ਹਿਮਾਚਲ ਚੰਡੀਗੜ੍ਹ ਦੇ ਵਿੱਚ ਹਿੱਸਾ ਮੰਗ ਰਿਹਾ ਹੈ, ਤਾਂ ਹੁਣ ਬਾਜਵਾ ਸਾਹਿਬ ਦੱਸਣਗੇ, ਸਪਸ਼ਟ ਕਰਨਗੇ ਕਿ ਆਖਿਰ ਉਹ ਸਟੈਂਡ ਕਲੀਅਰ ਕਰਨਗੇ ਕਿ ਪੰਜਾਬ ਕਾਂਗਰਸ ਇਸ ਦੇ ਉੱਤੇ ਕੀ ਸਟੈਂਡ ਲੈਂਦੀ ਹੈ, ਕਿ ਤੁਹਾਡੇ ਕੋਲ ਹਿਮਾਚਲ ਕਾਂਗਰਸ ਦੇ ਤੁਸੀਂ ਇੰਚਾਰਜ ਹੋ। ਦੇਖੋ ਗੱਲ ਇਸ ਤਰ੍ਹਾਂ ਹੈ, ਪਹਿਲੀ ਗੱਲ ਤੇ ਤਾਂ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਇਹ ਟਾਈਮਿੰਗ ਹੈ ਟਵੀਟ ਦਾ, ਇਹਨੂੰ ਮੈਂ ਸੀਰੀਅਸਲੀ ਨਹੀਂ ਲੈਂਦਾ। ਹੈਲੋ ਜੀ, ਆਵਾਜ਼ ਆ ਰਹੀ ਹੈ ਤੁਹਾਡੀ। ਸਾਹਿਬ ਭਗਵੰਤ ਸਿੰਘ ਮਾਨ ਦਾ ਟਾਈਮਿੰਗ ਟਵੀਟ ਦਾ ਬੜਾ ਗਲਤ ਹੈ, ਕਿਉਂਕਿ ਇਸ ਟਾਈਮ ਉਹ ਭਗਵੰਤ ਸਿੰਘ ਮਾਨ ਤੋਂ ਭਗਵੰਤ ਸਿੰਘ ਮਾਨ ਬਣ ਜਾਂਦੇ, ਕਿਉਂਕਿ 5 ਵਜੇ ਸ਼ਾਮ ਤੋਂ ਬਾਅਦ ਭਗਵੰਤ ਮਾਨ ਭਗਵੰਤ ਸਿੰਘ ਮਾਨ ਬਣ ਜਾਂਦੇ ਇਸ ਟਾਈਮ। ਕਿਉਂਕਿ ਜੇ ਉਹ ਸੰਤੁਲਨ ਗਵਾ ਬਹਿਣ ਤੇ ਉਹਨਾਂ ਨੂੰ ਇਹ ਨਹੀਂ ਪਤਾ ਪ੍ਰਤਾਪ ਸਿੰਘ ਬਾਜਵਾ ਪ੍ਰਤਾਪ ਸਿੰਘ ਬਾਜਵਾ ਸਾਰਿਆਂ ਨੂੰ ਵੱਡਾ ਐਡਵੋਕੇਟ ਹੈ ਪੰਜਾਬ ਵਾਸਤੇ। ਪੰਜਾਬ ਤੇ ਚੰਡੀਗੜ੍ਹ ਦਾ ਹਿੱਸਾ ਹੈ, ਨਾ ਇਹਦੇ ਚ ਹਰਿਆਣੇ ਦਾ ਕੋਈ ਹਿੱਸਾ ਤੇ ਨਾ ਹਿਮਾਚਲ ਦਾ ਹਿੱਸਾ। ਮੇਰੀ ਗੱਲ ਇੱਕ ਸਮਝ ਲਓ। ਤੇ ਇਹ ਮੇਰੇ ਨਾਂ ਪਿੱਛੇ ਭਾਜਪਾ ਲਾਉਣ ਦੀ ਲੋੜ ਨਹੀਂ। ਏਕਨਾਥ ਸ਼ਿੰਦੇ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ।
ਏਕਨਾਥ ਸ਼ਿੰਦੇ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ। ਇਹ ਤੇ ਭਾਜਪਾ ਇੱਕ ਕੋਇਨ ਦੇ ਦੋ ਪਹਿਲੂ ਨੇ, ਇੱਕ ਸਿੱਕੇ ਦੇ ਦੋ ਪਹਿਲੂ ਨੇ। ਪਹਿਲੇ 370 ਦੇ ਵਿੱਚ ਬਣੀ ਬਣਾਇਆ ਸੂਬਾ ਜੰਮੂ ਕਸ਼ਮੀਰ ਦੀ ਪਿੱਠ ਛੁਰਾ ਮਾਰ ਕੇ ਉਹਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ, ਇੱਕ ਮਿਨੋਰਟੀ ਸੂਬੇ ਨੂੰ। ਹੁਣ ਵੀ ਪੰਜਾਬ ਦੇ ਵਿੱਚ ਜਿਹੜਾ ਮਦਾਖਲਤ ਕਰ ਰਹੇ ਨੇ, ਭਾਵੇਂ ਗੁਰਦੁਆਰਾ ਐਕਟ 'ਚ ਮਦਾਖਲਤ ਹੋ ਰਹੀ ਹੈ, ਉਹ ਵੀ ਭਾਜਪਾ ਦੀ ਲੀਡਰਸ਼ਿਪ ਦੇ ਇਸ਼ਾਰੇ ਤੇ ਭਗਵੰਤ ਮਾਨ ਕਰ ਰਹੇ। ਉਸ ਤੋਂ ਬਾਅਦ ਸੀਏ ਦੇ ਵਿੱਚ ਉਹਦੇ ਵਿੱਚ ਭਾਜਪਾ ਦੀ ਮਦਦ ਕੀਤੀ। ਹੁਣ ਲੇਟੈਸਟ ਜਿਹੜੀ ਮਿਨੋਰਿਟੀਜ਼ ਦੇ ਖਿਲਾਫ ਇੱਕ ਇੰਨਾ ਵੱਡਾ ਯੂਨੀਫਾਈਡ ਇਹ ਜਿਹੜਾ ਕੋਡ ਲੈ ਕੇ ਆ ਰਹੀ ਹੈ ਭਾਜਪਾ, ਇਹਦੇ ਵਿੱਚ ਸਾਰਿਆਂ ਨੂੰ ਪਹਿਲੇ ਉਹ ਕਹਿੰਦੇ ਨੇ ਚੋਰ ਨੂੰ ਪੰਡ ਕਾਲੀ ਹੈ। ਅਜੇ ਤੇ ਬਿੱਲ ਨਹੀਂ ਆਇਆ ਤੇ ਨਾ ਪਹਿਲੇ ਹੀ ਕਹਿ ਦਿੱਤਾ ਕਿ ਅਸੀਂ ਭਾਜਪਾ ਦੇ ਨਾਲ ਆਂ ਜੀ। ਤੇ ਮੈਨੂੰ ਸਫਾਈ ਦੇਣ ਦੀ ਲੋੜ ਸਰ ਪੈਗ ਵੌਂਡ ਸਿੰਘ ਮਾਨ ਨੂੰ ਐਸੇ ਹੀ ਮੈਂ ਨਹੀਂ, ਕਿਉਂਕਿ ਆਹ ਟਾਈਮ ਉਹਨਾਂ ਦਾ ਪੈਗ ਲਾਉਣ ਦਾ ਹੋ ਜਾਂਦਾ। ਨਹੀਂ ਲੱਗ ਰਿਹਾ ਕਿ ਉਹਨਾਂ ਨੇ ਡਿਬੇਟ ਉਹ ਦੇਖ ਰਹੇ ਨੇ, ਹੋਪਫੁਲੀ ਤੁਹਾਨੂੰ ਸੁਣ ਵੀ ਰਹੇ ਹੋਣਗੇ, ਕਿਉਂਕਿ ਡਿਬੇਟ ਜਿਵੇਂ ਅਸੀਂ ਔਨ ਕੀਤੀ ਉਹਨਾਂ ਦਾ ਟਵੀਟ ਆ ਗਿਆ ਚੰਡੀਗੜ੍ਹ ਵਾਲੇ ਮਸਲੇ ਉੱਤੇ। ਉਹਨਾਂ ਨੂੰ ਟਵੀਟ ਉਹਨਾਂ ਦਾ ਛੱਡੋ, ਟਵੀਟ ਉਹ ਨਹੀਂ ਕਰਦੇ, ਹੈਂਡਲ ਇਹਨਾਂ ਦਾ ਦਿੱਲੀ ਦੇ ਵਿੱਚ ਕੇਜਰੀਵਾਲ ਦੇ ਕੋਲ ਹੈ। ਪਰ ਤੁਸੀਂ ਯੂਸੀਸੀ ਵਾਲਾ ਮੁੱਦਾ ਵੀ ਛੇੜ ਲਿਆ, ਪਰ ਗੱਲ ਇਹ ਹੈ ਕਿ ਉੱਥੇ ਵੀ ਹਿਮਾਚਲ ਵਾਲੇ ਪਾਸੇ ਇੱਕ ਉਂਗਲ ਚਲੀ ਜਾਂਦੀ ਹੈ। ਵਿਕਰਮਾਦਿੱਤਿਆ ਸਿੰਘ ਬਹੁਤ ਕਲੀਅਰਲੀ ਯੂਸੀਸੀ ਨੂੰ ਲੈ ਕੇ ਆਪਣਾ ਸਟੈਂਡ ਸਪਸ਼ਟ ਕਰ ਰਹੇ ਨੇ। ਵਿਕਰਮਾਦਿੱਤਿਆ ਸਿੰਘ ਜੋ ਮਰਜ਼ੀ ਕਹਿੰਦੇ ਰਹਿਣ, ਪੰਜਾਬ ਕਾਂਗਰਸ ਦਾ ਸਟੈਂਡ ਚੰਡੀਗੜ੍ਹ ਬਿਲੋਂਗਸ ਸੋਲੀ ਟੂ ਪੰਜਾਬ, ਨਾਈਦਰ ਟੂ ਹਰਿਆਣਾ ਔਰ ਟੂ ਹਿਮਾਚਲ। ਪਹਿਲੀ ਗੱਲ ਆ, ਭਾਜਪਾ ਦੀ ਹਰ ਪਾਲਿਸੀ ਦੇ ਖਿਲਾਫ ਅਸੀਂ ਲਾਈਨ ਖਿੱਚ ਕੇ ਲੜਨੇ। 370 ਵਿੱਚ ਇਹ ਤੇ ਦੇਖੋ, ਮੈਂ ਪੁੱਛਣਾ ਚਾਹਨਾ ਅੱਜ ਸੀਐਮ ਪੰਜਾਬ ਨੂੰ, ਇੱਕ ਪਾਸੇ ਤੁਸੀਂ ਫੈਡਰਲਿਜ਼ਮ ਦੀ ਗੱਲ ਕਰਦੇ ਹੋ, ਦੂਜੇ ਪਾਸੇ ਇੱਕ ਬਣੇ ਬਣਾਏ ਸੂਬੇ ਨੂੰ ਜੰਮੂ ਕਸ਼ਮੀਰ ਨੂੰ ਤੁਸੀਂ ਯੂਨੀਅਨ ਟੈਰੀਟਰੀ 'ਚ ਬਦਲਵਾਤਾ। ਤੁਹਾਡੀ ਪਾਰਟੀ ਨੇ 370 ਵਾਪਸ ਲੈਣ 'ਚ ਮਦਦ ਕੀਤੀ, ਤੁਹਾਡੀ ਪਾਰਟੀ ਨੇ ਸੀਏਏ ਦੇ ਵਿੱਚ ਭਾਜਪਾ ਦੀ ਮਦਦ ਕੀਤੀ। ਹੁਣ ਅਜੇ ਬਿੱਲ ਨਹੀਂ ਆਇਆ ਤੇ ਤੁਸੀਂ ਪਹਿਲੇ ਮਾਰ ਕੇ ਛਾਲ ਪੰਜਾਬੀਆਂ ਦੇ ਇੰਟਰਸਟ ਦੇ ਖਿਲਾਫ, ਵਿਸ਼ੇਸ਼ ਤੌਰ ਸਿੱਖਾਂ ਦੇ ਇੰਟਰਸਟ ਦੇ ਖਿਲਾਫ ਇਹ ਜਿਹੜਾ ਐਕਟ ਹੈ, ਜਿਹੜਾ ਯੂਨੀਫਾਰਮ ਕੋਡ ਜਿਹੜਾ, ਉਹਨੂੰ ਤੁਸੀਂ ਕਿਹਾ ਅਸੀਂ ਸਪੋਰਟ ਕਰਾਂਗੇ। ਚਲੋ ਸਾਨੂੰ ਸਫਾਈ ਦੇਣ ਦੀ ਲੋੜ ਭਗਵੰਤ ਮਾਨ ਨੂੰ ਹੈ ਨਹੀਂ। ਨਾ ਮੈਂ ਭਗਵੰਤ ਮਾਨ ਨੂੰ ਪੰਜਾਬੀ ਮੰਨਣਾ, ਨਾ ਇਹਨਾਂ ਨੂੰ ਮੈਂ ਸਿੱਖ ਹੀ ਮੰਨਣਾ, ਕਿਉਂਕਿ ਨਾ ਇਹਨਾਂ ਦੇ ਨਾਂ ਵਿੱਚ ਸਿੰਘ ਹੈ, ਨਾ ਇਹਨਾਂ ਦੀ ਦਸਤਾਰ ਦੇ ਥੱਲੇ ਕੇਸ ਹੈ। ਸਟੈਂਡ ਸਪਸ਼ਟ ਕਰਨ ਵਾਲੀ ਗੱਲ ਹੋ ਰਹੀ ਹੈ, ਕਿਉਂਕਿ ਉਹ ਕਹਿੰਦੇ ਹਿਮਾਚਲ ਮੰਗ ਰਿਹਾ ਹੈ ਹਿੱਸਾ ਪੰਜਾਬ ਤੋਂ। ਮੰਗ ਰਿਹਾ ਹਿਮਾਚਲ ਆਪਣਾ ਹਿੱਸਾ ਕਿਉਂ ਨਾ ਮੰਗੇ, ਉਹ ਆਪਣਾ ਹਿੱਸਾ ਮੰਗਣਗੇ। ਇਹ ਪੰਜਾਬ ਵੀ ਆਰ ਐਡਵੋਕੇਟਸ ਆਫ ਪੰਜਾਬ। ਇਹ ਫਿਰ ਜੋ ਆ ਜਿਹੜਾ ਆਪਣਾ ਕੇਜਰੀਵਾਲ ਇਹ ਸਪਸ਼ਟ ਕਰੇ SYL ਤੇ, ਡਜ਼ ਕੇਜਰੀਵਾਲ ਸਟੈਂਡ ਵਿਦ ਹਰਿਆਣਾ ਔਰ ਪੰਜਾਬ। ਮਤਲਬ ਤੁਸੀਂ ਸਟੈਂਡ ਕਲੀਅਰ ਕਰ ਰਹੇ ਹੋ ਕਿ ਪੰਜਾਬ ਕਾਂਗਰਸ ਬਿਲਕੁਲ ਖਿਲਾਫ ਹੈ ਚੰਡੀਗੜ੍ਹ ਦੇ ਸਟੈਂਡ ਦੇ ਉੱਤੇ। ਇਹ ਆਪਣਾ ਸਟੈਂਡ ਕਲੀਅਰ ਕਰੇ। ਇਹ ਭਾਜਪਾ ਦੇ ਨਾਲ ਤੇ ਅਸਲ ਇਹ ਨੇ, ਆਪਣਾ ਮੋਢਾ ਦਿੱਤਾ ਭਗਵੰਤ ਮਾਨ ਨੇ ਸੈਂਟਰ ਦੀ ਸਰਕਾਰ ਨੂੰ, ਜਿਹੜਾ ਗੁਰਦੁਆਰਾ ਐਕਟ ਦੇ ਵਿੱਚ ਤਰਮੀਮ ਲੈ ਕੇ ਆਇਆ। ਇਹ ਬਕਾਇਦਾ ਤੌਰ ਭਾਜਪਾ ਦੀ ਸੈਂਟਰਲ ਗਵਰਨਮੈਂਟ ਦੇ ਕਹਿਣ ਤੇ ਇਹਨੇ ਕੰਮ ਕੀਤਾ ਜੀ। ਤੋ ਇਹ ਸਾਰਿਆਂ ਨੂੰ ਵੱਡਾ ਮਦਈ ਭਾਜਪਾ ਦਾ ਇਹ ਹੈ। ਆਉਂਦੇ ਟਾਈਮ ਵਿੱਚ ਏਕਨਾਥ ਸ਼ਿੰਦੇ ਸਾਬਤ ਹੋਣਾ। ਜਿੱਦਣ ਮਹਾਰਾਸ਼ਟਰ ਵਾਲਾ ਜਹਾਜ਼ ਆ ਕੇ ਚੰਡੀਗੜ੍ਹ ਲੱਗਣਾ, ਪਹਿਲੀ ਸਵਾਰੀ ਪੈਗ ਵੌਂਡ ਸਿੰਘ ਮਾਨ ਚੜੇਗੀ ਉਹਦੇ। ਬਾਜਵਾ ਸਾਹਿਬ ਇੱਕ ਛੋਟਾ ਜਿਹਾ ਆਖਰੀ ਰਿਐਕਸ਼ਨ ਤੁਹਾਡਾ, ਤੁਹਾਡੇ ਨਾਮ ਨੂੰ ਲੈ ਕੇ ਉਹ ਬਹੁਤ ਨਿਸ਼ਾਨੇ ਸਾਧਦੇ ਨੇ, ਤੁਸੀਂ ਉਹ ਟਵੀਟ ਪੜ੍ਹਿਆ ਵੀ ਹੋਏਗਾ, ਪਰ ਗੱਲ ਇਹ ਹੈ ਕਿ ਜਦੋਂ ਪੰਜਾਬ ਕਾਂਗਰਸ ਦੇ ਇੱਕ ਵੱਡੇ ਆਗੂ ਇੰਚਾਰਜ ਦੇ ਤੌਰ ਦੇ ਉੱਤੇ ਹਿਮਾਚਲ ਕਾਂਗਰਸ ਦੇ ਆਗੂਆਂ ਦੇ ਨਾਲ ਮਿਲਣਗੇ, ਫਿਰ ਇਹ ਚੰਡੀਗੜ੍ਹ ਵਾਲਾ ਮਸਲਾ ਕਿਤੇ ਕੋਈ ਵਿਚਾਲੇ ਰੇੜਕੇ ਦੀ ਵਜ੍ਹਾ ਨਹੀਂ ਬਣ ਜਾਏਗਾ। ਤੁਸੀਂ ਬਿਲਕੁਲ ਫਿਕਰ ਨਾ ਕਰੋ, ਪ੍ਰਤਾਪ ਸਿੰਘ ਬਾਜਵਾ ਅਖੀਰਲੇ ਸਾਹ ਤੱਕ ਪੰਜਾਬ ਨਾਲ ਖਲੋਤਾ, ਹਿਮਾਚਲ ਨਾਲ ਨਹੀਂ। ਹਿਮਾਚਲ ਸਾਡੀ ਪਾਰਟੀ ਦਾ ਰਾਜ ਜ਼ਰੂਰ ਹੈ, ਜਿਸ ਤਰ੍ਹਾਂ ਦਿੱਲੀ 'ਚ ਇਹਨਾਂ ਦਾ ਜੀ। ਤੋ ਇਸ ਗੱਲ ਕਾਰਨ ਅਸੀਂ ਆਪਣੇ ਪੰਜਾਬ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਅਰਦਾਸ ਵੀ ਕਰਨੇ ਆ ਤੇ ਹਮੇਸ਼ਾ ਲਾਈਨ ਖਲੋ ਕੇ ਲੜਨੇ ਆ। ਇਹਦੇ ਵਰਗਾ ਭਗਵੰਤ ਵਰਗਾ ਨਹੀਂ ਕਿ ਰੋਜ਼ ਜਹਾਜ਼ ਲੈ ਕੇ ਪਾਇਲਟ ਬਣ ਕੇ ਤੇ ਕੇਜਰੀਵਾਲ ਨੂੰ ਸੂਬੇ ਤੋਂ ਸੂਬੇ ਘੁਮਾਈ ਫਿਰਨਾ। ਸੋ ਇਹਨੂੰ ਆਪਣਾ ਧਿਆਨ ਕਰਨ ਦੀ ਲੋੜ ਹੈ। ਪੰਜਾਬ ਦੀ ਕੋਸਟ ਉੱਤੇ ਜਿਸ ਤਰ੍ਹਾਂ ਆਪ ਦੇ ਫੁੱਟਪ੍ਰਿੰਟ ਤੇ ਬਾਹਰ ਵਧਾ ਰਿਹਾ, ਪੰਜਾਬ ਦੀ ਫਾਈਨੈਂਸ਼ੀਅਲ ਪੋਜੀਸ਼ਨ ਨੂੰ ਰੋਜ਼ ਕਮਜ਼ੋਰ ਕਰ ਰਿਹਾ ਇਹ ਅਰਵਿੰਦ ਕੇਜਰੀਵਾਲ ਦੇ ਵਾਸਤੇ। ਤੋ ਇਹਨੂੰ ਪੰਜਾਬ ਵੱਲ ਧਿਆਨ ਕਰੇ, ਬਾਕੀਆਂ ਵੱਲ ਧਿਆਨ ਨਾ ਕਰੇ। ਹਰਿਆਣਾ ਆਪਣੀ ਗੱਲ ਕਰ ਰਿਹਾ, ਹਿਮਾਚਲ ਆਪਣੀ ਕਰ ਰਿਹਾ, ਪੰਜਾਬ ਆਪਣੀ ਕਰੇਗਾ। ਵਾਟ ਇਜ਼ ਪ੍ਰਤਾਪ ਸਿੰਘ ਬਾਜਵਾ ਟੂ ਡੂ ਵਿਦ ਦਿਸ? ਬਟ ਮੈਂ ਇਹਨੂੰ ਇਹ ਗੱਲ ਕਰਾਂਗਾ ਕਿ ਆਹ ਟਾਈਮ ਮੈਂ ਕਦੀ ਵੀ 5 ਵਜੇ ਤੋਂ ਬਾਅਦ
ਇਹਨੂੰ ਮਾਨ ਸਾਹਿਬ ਨੂੰ ਕਦੀ ਸੀਰੀਅਸਲੀ ਲਿਆ ਹੀ ਨਹੀਂ। ਮੈਨੂੰ ਪਤਾ ਹੁੰਦਾ ਕਿ ਕਰ ਰਹੇ ਨੇ ਕਿ ਪਹੁੰਚ ਗਈ ਹੋਏਗੀ ਅੱਜ ਗੱਲ ਟਵੀਟ ਦੇ ਜ਼ਰੀਏ ਵੀ ਬੜੇ ਸਾਰੇ ਜਵਾਬ ਦਿੱਤੇ ਜਾਂਦੇ ਨੇ। ਉਮੀਦ ਹੈ ਪ੍ਰਤਾਪ ਬਾਜਵਾ ਜੀ ट्वीट ਦੇ ਨਾਲ ਜਵਾਬ ਦੇ ਦੇਣਗੇ। प्रवीण अत्रे जी थे कि भाजपा की हर पॉलिसी के खिलाफ लड़ेंगे और धारा 370 हटाने के विरुद्ध बात कर रहे थे। अब देखिए कांग्रेस का असली चेहरा, जब धारा 370 हटी तो उसका सबसे बड़ा विरोध किसने किया था? पाकिस्तान ने। इमरान खान यूनाइटेड नेशन तक में चले गए थे कि भारत ने धारा 370 कैसे हटा दी, और उसका समर्थन कौन कर रही है? कांग्रेस, प्रताप सिंह बाजवा। अगर आपको याद होगा फारूक अब्दुल्ला ने तो यहां तक कह दिया था कि चाइना की मदद लेंगे दोबारा धारा 370 लागू करने के लिए। तो जिन लोगों की सोच, ये भाजपा के विरुद्ध नहीं लड़ रहे, ये देश के विरुद्ध लड़ रहे हैं। आज हम टॉपिक पर जरूर रहें सर, टॉपिक पर जरूर रहें। पीछे वैसे भी समय बहुत कम है हमारे पास। देश के विरुद्ध लड़ रही है। जी जी पासी साहब, मैं कौशल जी आपके पास आ रहा हूं। पासी जी बहुत छोटा कमेंट रखियो सर, समा बहुत पीछे है। मैं आ रहा अमन जी ਤੁਹਾਡੇ ਕੋਲ ਵੀ ਆਵਾਂਗਾ। ਮੈਨੂੰ ਸਿਰਫ 2 ਮਿੰਟ ਚਾਹੀਦੇ ਆ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਪੀਪਲ ਮੇ ਡਾਊਟ ਵਾਟ ਯੂ ਸੇ ਬਟ ਦੇ ਆਲਵੇਜ਼ ਬਲੀਵ ਵਾਟ ਯੂ ਡੂ। ਭਗਵੰਤ ਸਿੰਘ ਮਾਨ ਜੀ ਦੇ ਦਿਲ ਦੇ ਵਿੱਚ ਪੰਜਾਬ ਵਸਦਾ, ਉਹਨਾਂ ਦਾ ਇੱਕ ਇੱਕ ਫੈਸਲਾ ਜਿਹੜਾ ਪੰਜਾਬ ਦੇ ਹੱਕ ਵਿੱਚ ਗਿਆ। ਔਰ ਜਿਹੜੀ ਇਹ ਗੱਲ ਕਰ ਰਹੇ ਨਾ ਭਾਜਪਾ ਦੇ ਨਾਲ, ਤਾਂ ਇਹਨਾਂ ਦੀ ਔਰ ਫਤਿਹ ਜੰਗ ਬਾਜਵਾ ਜੀ ਦੀ ਸੀਟ ਐਡਜਸਟਮੈਂਟਸ ਹੋਈਆਂ ਸੀਗੀਆਂ। ਇਹ ਤੁਸੀਂ ਭੁੱਲ ਗਏ ਹੋ ਸ਼ਾਇਦ, ਬਟਾਲਾ ਔਰ ਕਾਦੀਆਂ ਦੇ ਵਿਚਕਾਰ। ਅਦਰਵਾਈਜ਼ ਕਾਦੀਆਂ ਦੇ ਐਮਐਲਏ ਫਤਿਹ ਜੰਗ ਬਾਜਵਾ ਸੀਗੇ। ਜਦੋਂ ਪ੍ਰਤਾਪ ਬਾਜਵਾ ਜੀ ਕਹਿੰਦੇ ਮੈਂ ਕਾਂਗਰਸ ਤੋਂ ਲੜਨਾ, ਤਾਂ ਬੀਜੇਪੀ ਨੇ ਫਤਿਹ ਜੰਗ ਬਾਜਵਾ ਜੀ ਨੂੰ ਬਟਾਲਾ ਸ਼ਿਫਟ ਕੀਤਾ ਸੀਗਾ। ਦਿੱਲੀ ਦੇ ਮੇਅਰ ਇਲੈਕਸ਼ਨ, ਚੰਡੀਗੜ੍ਹ ਦੇ ਮੇਅਰ ਇਲੈਕਸ਼ਨ ਦੇ ਵਿੱਚ ਕਾਂਗਰਸ ਨੇ ਬੀਜੇਪੀ ਦੀ ਮਦਦ ਕੀਤੀ ਹੈ। ਇਹ ਮੈਂ ਤੁਹਾਨੂੰ ਕਲੀਅਰ ਦੱਸਦਾ। ਔਰ ਤੀਸਰੀ ਚੀਜ਼ ਜਿਹੜੀ ਇਹ ਗੱਲ ਕਰ ਰਹੇ ਆ, ਪੁਆਇੰਟ ਦੇ ਉੱਤੇ ਰਹੀਏ ਨਾ ਸਰ, ਆਪਾਂ ਚੰਡੀਗੜ੍ਹ ਵਾਲੇ ਮੁੱਦੇ ਦੇ ਉੱਤੇ ਡਿਬੇਟ ਕਰ ਰਹੇ ਹਾਂ। ਮੇਰਾ ਬਹੁਤ ਛੋਟਾ ਜਿਹਾ ਸਵਾਲ ਹੈ ਇੱਕ, ਮੈਂ ਉਸ ਪੁਆਇੰਟ ਦੇ ਉੱਤੇ ਆ ਰਿਹਾ। ਪਾਸੀ ਸਾਹਿਬ ਤੁਸੀਂ ਜਵਾਬ ਦਿਓ। ਦੇਖੋ ਮੁੱਖ ਮੰਤਰੀ ਦਾ ਟਵੀਟ ਆ ਗਿਆ, ਪਰ ਦੂਜੇ ਪਾਸੇ ਪ੍ਰਤਾਪ ਬਾਜਵਾ ਇਹ ਵੀ ਕਹਿ ਗਏ ਕਿ ਹਰ ਸਟੇਟ ਦੀ ਅਲੱਗ-ਅਲੱਗ ਇਕਾਈ ਹੁੰਦੀ ਹੈ